अस्सलाम वालेकुम। साडी जट ਜ਼ਿਮੀਂਦਾਰਾਂ ਦੀ ਇੱਕ ਮਿਸਾਲ ਆ ਕਿ ਜਦੋਂ ਢੱਗਾ ਖੂਹ ਦੇ ਵਿੱਚ ਗਿਰ ਜਾਵੇ ਨਾ ਤੇ ਉਹਨੂੰ ਖੱਸੀ ਕਰ ਲਓ ਜਾਂ ਉਹਦੇ ਨਾਲ ਜੋ ਮਰਜ਼ੀ ਕਰ ਲਓ। ਤੇ ਪਰ ਗੱਲ ਇਹ ਹੈਗੀ ਆ, ਇਹ ਗੱਲ ਸੀਗੀ ਅੱਗੇ ਢੱਗਿਆਂ ਦੀ, ਹੁਣ ਗੱਲ ਇਹ ਸਾਡੇ ਇਨਸਾਨਾਂ ਦੇ ਵਿੱਚ ਆ ਗਈ ਹੋਈ ਹੈ, ਬੰਦਿਆਂ ਦੇ ਵਿੱਚ ਆ ਗਈ ਹੋਈ ਕਿ ਬੰਦੇ ਨੂੰ ਥੋੜਾ ਜਿਹਾ ਵੀ ਵੱਧਦਾ ਨਹੀਂ ਦੇਖ ਸਕਦੇ। ਜੇ ਕੋਈ ਬੰਦਾ ਮਾੜੀ ਜੀ ਕੋਈ ਤਰੱਕੀ ਕਰਨ ਲੱਗਿਆ ਨਾ ਤੇ ਪਿੱਛੋਂ ਲੱਤਾਂ ਖਿੱਚਣਗੇ ਬੰਦੇ। ਮਿਸਾਲ ਤਾਂ ਬੰਦਿਆਂ ਦੀ ਦਿੰਦੇ ਆ, ਢੱਗੇ ਵਾਲੀ ਤੱਕ ਗੱਲ ਸੁਣਾਉਂਦੇ ਆ। ਉਹ ਤਾਂ ਗੱਲ ਸੁਣਾਉਂਦੇ ਆ ਜੀ, ਇੰਜੀ ਗੱਲ ਹੈ। ਕਹਿਣਾ ਧੀ ਨੂੰ ਸੁਣਾਉਣਾ ਨੋ। ਹਾਂਜੀ ਹਾਂਜੀ। ਤੁਸੀਂ ਇੱਕ ਰੱਖ ਲਓ ਨਾ ਕੁੱਕੜ ਘਰ ਦੇ ਵਿੱਚ ਤੇ ਇੱਕ ਕੁੱਕੜ ਹੋਰ ਲੈ ਆਓ ਅਸੀਲ ਸੀਲ, ਤੇ ਜਦੋਂ ਤੁਸੀਂ ਉਹ ਲਿਆਓਗੇ ਨਾ ਤੇ ਉਹਨਾਂ ਨੇ ਆਪਸ ਵਿੱਚ ਬੜਾ ਲੜਨਾ। ਜਿਹੜੀ ਉਹਨਾਂ ਦੀ ਜੰਗ ਆ ਨਾ, ਉਹ ਜੰਗ ਹੁੰਦੀ ਆ ਵੀ ਬਾਂਗ ਮੈਂ ਦੇਣੀ ਆ, ਕਿ ਮੈਂ ਚੌਧਰੀ ਹਾਂ, ਮੈਂ ਬਾਂਗ ਦੇਣੀ, ਬਾਂਗ ਮੈਂ ਦੇਣੀ ਆ। ਫਿਰ ਉਹਨਾਂ ਚੋਂ ਜਿਹੜਾ ਮਾੜਾ ਹੁੰਦਾ ਨਾ, ਹਾਂਜੀ, ਉਹ ਹਾਰ ਮੰਨ ਲੈਂਦਾ ਤੇ ਕਹਿੰਦਾ ਬਾਂਗ ਚੱਲ ਤੂੰ ਦੇ ਲਾ ਵੇ, ਤੂੰ ਦੇ ਲਾ, ਤੂੰ ਖੁਸ਼ ਹੋ ਲਾ, ਤੂੰ ਰਾਜੀ ਹੋ ਲਾ। ਤੇ ਜੇ ਉਹ ਫੇਰ ਜਨਾਬ ਉਹ ਜਿਹੜਾ ਤਕੜਾ ਕੁੱਕੜ ਹੁੰਦਾ ਨਾ, ਉਹ ਉਹਨੂੰ ਉਸ ਟਾਈਮ ਮਾਰਨਾ ਫਿਰ ਬੰਦ ਕਰ ਦਿੰਦਾ, ਲੜਾਈ ਮੁੱਕ ਜਾਂਦੀ ਹੈ। ਤੇ ਬੜੇ ਅਸੂਲਾਂ ਦੀ ਗੱਲ ਹੈ, ਇਹ ਜਾਨਵਰਾਂ ਦੇ ਅਸੂਲ ਆ। ਫਿਰ ਉਹ ਬਾਂਗ ਨਹੀਂ ਦਿੰਦਾ, ਫਿਰ ਉਸੇ ਨੇ ਦੇਣੀ ਹੈ, ਫਿਰ ਉਹਨੇ ਹੀ ਦੇਣੀ ਹੈ ਮਾਰਨਾ ਵੀ ਨਹੀਂ, ਜਿਹੜਾ ਲੜਾਈ ਜਿੱਤਿਆ। ਹਾਂਜੀ। ਤੇ ਜਿੱਦਣ ਫੇਰ ਦੁਬਾਰਾ ਭੁੱਲ ਝੁੱਕ ਕੇ ਦੂਜਾ ਕੁੱਕੜ ਬਾਂਗ ਦੇ ਦੇਵੇ ਨਾ, ਉਦਣ ਫੇਰ ਲੜਾਈ ਹੁੰਦੀ ਹੈ। ਅੱਛਾ ਜੀ। ਉਦੋਂ ਫਿਰ ਫੈਸਲਾ ਹੋਣਾ, ਹਾਂਜੀ, ਕਿਹੜਾ ਤਕੜਾ। ਤੇ ਜੇ ਕੁੱਤਿਆਂ ਦੀ ਲੈ ਲਓ ਮਿਸਾਲ, ਜੇ ਕੁੱਤੇ ਦੋ ਆਪਸ ਦੇ ਵਿੱਚ ਲੜਨ ਨਾ ਜੀ, ਹਾਂਜੀ, ਤੇ ਜਿਹੜਾ ਉਹਨਾਂ ਚੋਂ ਮਾੜਾ ਕੁੱਤਾ ਨਾ, ਉਹਨੇ ਜਦੋਂ ਹਾਰ ਮੰਨਣੀ ਆ ਨਾ, ਉਹਨੇ ਦੰਦੀਆਂ ਦਿਖਾ ਦੇਣੀਆਂ, ਉਹਨੇ ਇਸ਼ਾਰਾ ਦੇ ਦੇਣਾ ਵੀ ਮੈਂ ਹਾਰ ਗਿਆ। ਤੇ ਫਿਰ ਉਹਨੇ ਕੁੱਤੇ ਨੂੰ ਕੁਛ ਵੀ ਨਹੀਂ ਕਹਿਣਾ ਹੈ, ਦੂਜੇ ਕੁੱਤੇ ਨੇ ਉਹਨੇ ਕਹਿਣਾ ਵੀ ਇਹਨੇ ਹਾਰ ਮੰਨ ਲਈ। ਇਹ ਜਾਨਵਰਾਂ ਦੀ ਵੀ ਸਿਫਤ ਆ, ਲੇਕਿਨ ਸਾਡੇ ਇਨਸਾਨਾਂ ਦੇ ਵਿੱਚ ਇਹ ਨਾ ਅਸੂਲ ਆ ਹੁਣ, ਹਾਂਜੀ, ਤੇ ਨਾ ਇਹ ਸਿਫਤ। ਇਹ ਗੱਲ ਪਈ ਖਾਲਸ ਤੇਰੀ ਨਾ 100% ਠੀਕ ਆ। ਐਸਾ ਹੀ ਜਿਵੇਂ ਸਿਆਣੇ ਕਹਿੰਦੇ ਨਾ ਜੀ, ਵਾਲੇਕੁਮ ਸਲਾਮ, ਕੀ ਹਾਲ ਹੈ ਜਨਾਬ? ਠੀਕ ਆ, ਸ਼ੁਕਰ ਅੱਲਾਹ ਦਾ ਜੀ, ਤੁਸੀਂ ਸੁਣਾਓ? ਅਲਹਮਦੁਲਿਲਾ, ਤੁਸੀਂ ਸੁਣਾਓ? ਠੀਕ ਹੈ। ਇਹ ਤਾਂ ਹਰ ਰੋਜ਼ ਦੀ ਮਾਜਰਤ ਹੈ ਜੀ, ਹਰ ਰੋਜ਼ ਦੀਆਂ ਗੱਲਾਂ, ਇਹ ਰੋਜ਼ ਨਾ ਕਰਿਆ ਕਰ ਮਾਜਰਤਾਂ, ਬਸ ਠੀਕ ਹੈ। ਅੱਛਾ ਜੀ, ਉਹ ਗੱਲ ਕਰ ਰਹੇ ਸੀ, ਉਹ ਸਿਆਣੇ ਕਹਿੰਦੇ ਆ ਕੁੱਤਾ ਕੁੱਤੇ ਦਾ ਵੈਰੀ ਹੁੰਦਾ। ਮੈਂ ਕਹਿੰਦਾ ਜੀ ਬੰਦਾ ਬੰਦੇ ਦਾ ਵੈਰੀ ਹੁੰਦਾ ਜੀ। ਗੱਲ ਉਹੀ ਆ, ਮਿਸਾਲ ਬੰਦਿਆਂ ਨੂੰ ਹੀ ਬੰਦੇ ਦਿੰਦੇ ਆ, ਲੇਕਿਨ ਗੱਲ ਕੁੱਤੇ ਦੀ ਰੱਖਦੇ ਅੱਗੇ, ਕੁੱਤੇ ਦੀ ਰੱਖਦੇ ਆ ਜਾਂ ਹੋਰ ਕੋਈ ਜਾਨਵਰ, ਜਿਸ ਤਰ੍ਹਾਂ ਭਾਈ ਖਾਲਦ ਨੇ ਸੁਣਾਈ। ਇਹ ਹਕੀਕਤ ਆ, ਇਨਸਾਨ ਹੀ ਇਨਸਾਨ ਨੂੰ ਤਕਲੀਫ ਦੇ ਰਿਹਾ ਇੱਥੇ। ਇਹਦੇ ਤੋਂ ਤੰਗ, ਇੱਕ ਦੂਸਰੇ ਨੂੰ ਅਸੀਂ ਤੰਗ ਕੀਤਾ ਹੈ ਯਾਰ, ਹੋਰ ਕੌਣ ਸਾਨੂੰ ਤੰਗ ਕਰ ਰਿਹਾ? ਅਸੀਂ ਪਰੇਸ਼ਾਨ ਆ, ਸੇਫਟੀ ਕੋਈ ਨਹੀਂ ਹੈਗੀ, ਪਰੇਸ਼ਾਨ ਹੈਗੇ ਆ। ਰਸਤੇ ਤੇ ਤੁਸੀਂ ਰਾਤ ਨੂੰ ਟੁਰ ਨਹੀਂ ਸਕਦੇ, ਕੌਣ ਤੰਗ ਕਰ ਰਿਹਾ? ਬੰਦੇ ਹੀ ਕਰ ਰਹੇ, ਬੰਦੇ ਨੂੰ ਬੰਦਾ ਤੰਗ ਕਰ ਰਿਹਾ। ਵੈਰੀ ਹੋ ਗਿਆ ਨਾ, ਵੈਰੀ ਹੋ ਗਿਆ। ਆਸਾਨੀਆਂ ਪੈਦਾ ਕਰਨੀਆਂ, ਜੇ ਸਾਨੂੰ ਆਸਾਨੀਆਂ ਇੱਕ ਦੂਸਰੇ ਨੂੰ ਅਸੀਂ ਆਸਾਨੀਆਂ ਦੇਣ ਲੱਗ ਜਾਈਏ ਤੇ ਸਾਨੂੰ ਜਨਾਬ ਲਾਈਫ ਹੀ ਬਦਲ ਜੇ, ਸਾਡੀ ਲਾਈਫ ਹੀ ਬਦਲ ਜੇ। ਠੀਕ ਹੈ ਗੱਲ। ਜਿਹੜਾ ਭਾਈ ਖਾਲਦ ਕਹਿੰਦਾ ਕਿਸੇ ਨੂੰ ਤਰੱਕੀ ਕਰਦੇ ਨੇ ਬੰਦੇ ਦੇਖ ਸਕਦੇ, ਯਾਦ ਸਕਦੇ, ਅੱਖਾਂ ਕੀ ਦੇਖ ਦੂਏ। ਹਾਂਜੀ, ਉਹ ਯਾਰ ਇਹੀ ਮਾਹੌਲ ਦੀ ਖਰਾਬੀ ਹੈ ਅਸਲ ਦੇ ਵਿੱਚ। ਮੇਰਾ ਗੱਲ ਕਰਨ ਦਾ ਮਕਸਦ ਇਹ ਸੀ ਵੀ ਸਾਡੇ ਅਸੂਲ ਕੋਈ ਨਹੀਂ, ਜਾਨਵਰਾਂ ਦੇ ਫਿਰ ਵੀ ਅਸੂਲ ਹੈ। ਹਾਂਜੀ, ਅਸੂਲ ਜਾਨਵਰਾਂ ਦੇ ਅਸੂਲ। ਇਹ ਠੀਕ ਹੈ ਗੱਲ, ਸਹੀ ਗੱਲ ਕਰ। ਉਹ ਤੁਸੀਂ ਇੱਕ ਗੱਲ ਸੁਣਾਉਂਦੇ ਹੁੰਦੇ ਆ, ਹਾਂਜੀ, ਉਹ ਮਟਕੇ ਵਾਲੀ। ਹਾਂਜੀ, ਉਹ ਗੱਲ ਇਹੀ ਹੈ ਨਾ ਜੀ, ਵੀ ਉਹ ਇੱਕ ਬੰਦਾ, ਉਹ ਵਿਚਾਰਾ ਮਜਬੂਰ ਸੀ, ਭੁੱਖਾ ਸੀ, ਗੁਰਬਤ ਬਹੁਤ ਛਾਈ ਸੀ, ਤੇ ਉਹਨੇ ਕਿਸੇ ਬਜ਼ੁਰਗ ਨੂੰ, ਅੱਲਾਹ ਵਾਲੇ ਨੂੰ ਮਿਲਿਆ। ਉਹਨਾਂ ਨੇ ਕਿਹਾ ਜੀ ਅੱਲਾਹ ਵਾਲੇ ਬਹੁਤ ਗੁਰਬਤ ਛਾਈ ਹੈ ਤੇ ਹਾਲਾਤ ਬੜੇ ਖਰਾਬ ਆ, ਖਾਣ ਪੀਣ ਤੋਂ ਵੀ ਤੰਗ, ਕੋਈ ਵਜ਼ੀਫਾ ਦੱਸੋ। ਬਜ਼ੁਰਗਾਂ ਨੇ ਵਜ਼ੀਫਾ ਦੱਸਿਆ। ਉਹ ਅਲਹਮਦੁਲਿਲਾ 1.25 ਮਹੀਨੇ ਦਾ ਉਹਨਾਂ ਨੇ ਵਜ਼ੀਫਾ ਕਰਨਾ ਸੀ, 40 ਦਿਨਾਂ ਦਾ। 40 ਦਿਨ ਵਜ਼ੀਫਾ ਕੀਤਾ। ਉਹ ਬਜ਼ੁਰਗਾਂ ਨੇ ਦੱਸਿਆ ਜੀ ਤੈਨੂੰ ਗੈਬ ਤੋਂ ਆਵਾਜ਼ ਆਏਗੀ ਵੀ ਮੰਗ ਬਈ ਕੀ ਮੰਗਣਾ। ਉਹ 40 ਦਿਨ ਬੈਠੇ ਰਹੇ, ਜਦੋਂ ਟਾਈਮ ਆਇਆ ਆਵਾਜ਼ ਆਈ, ਮੰਗੋ ਜੀ ਕੀ ਮੰਗਦੇ ਹੋ। ਹੁਣ ਉਹ ਬੰਦਾ ਜਿਹੜਾ ਸੀ, ਉਹਨੂੰ ਸਿਰਫ ਖਾਣ ਪੀਣ ਚਾਹੀਦਾ ਸੀ। ਇਹ ਵੀ ਇੱਕ ਬੜੀ ਪ੍ਰੋਬਲਮ ਹੈ ਨਾ ਜੀ, ਪ੍ਰੋਬਲਮ ਹੈ ਜੀ, ਔਰ ਬੜੀ ਸਮੱਸਿਆ ਹੈ। ਹਾਂਜੀ, ਉਹਨੇ ਕਿਹਾ ਜੀ ਮੈਨੂੰ ਤਾਂ ਸਿਰਫ ਨਾ ਜੀ ਖਾਣਾ ਚਾਹੀਦਾ, ਖਾਣੇ ਦਾ ਇੰਤਜ਼ਾਮ ਕੀਤਾ ਜਾਵੇ, ਬਸ ਮੈਨੂੰ ਹੋਰ ਮੈਂ ਰਾਜ਼ੀ ਹਾਂ, ਸ਼ੁਕਰ ਅਲਹਮਦੁਲਿਲਾ। ਉਹਨੂੰ ਅੱਲਾਹ ਪਾਕ ਦੀ ਤਰਫੋਂ ਜਨਾਬ ਜਿਹੜਾ ਹੈ ਗੈਬ ਤੋਂ ਇੱਕ ਬਰਤਨ ਆ ਗਿਆ ਜਿਹਦੇ ਕੋਲ, ਵੀ ਇਹਦੇ ਵਿੱਚ ਤੂੰ ਨਾ ਇਹ ਬਰਤਨ ਰੱਖ ਦਿਆ ਕਰਨਾ ਤੇ ਇਹਦੇ ਉੱਪਰ ਤੂੰ ਇਹਨੂੰ ਢੱਕ ਦਿਆ ਕਰਨਾ,
ਜੋ ਇਰਾਦਾ ਕਰਿਆ ਕਰੇਗਾ ਉਹ ਤੈਨੂੰ ਮਿਲ ਜਾਏਗਾ। ਤੇਰਾ ਦਿਲ ਕਰਦਾ ਮਤੰਜਣ ਖਾਣ ਨੂੰ, ਮਕਸਦ ਕਰ ਜੋ ਦਿਲ ਕਰਦਾ ਨਾ ਉਹ ਮਿਲ ਜਾਏਗਾ। ਉਹ ਬੜਾ ਖੁਸ਼ ਰਾਜ਼ੀ ਹੋਇਆ। ਅੱਲਾਹ ਪਾਕ ਨੇ ਇਵੇਂ ਹੀ ਜਨਾਬ ਉਹ ਨਿਜ਼ਾਮ ਇਵੇਂ ਚੱਲਦਾ ਰਿਹਾ। ਉਹ ਜਿਹੜਾ ਦਿਲ ਕਰਿਆ ਕਰੇ ਜਿਹੜੀ ਚੀਜ਼ ਨੂੰ ਉਹੀ ਬਣ ਕੇ ਬਾਹਰ ਆ ਜਾ ਕਰੇ। ਉਹਦਾ ਦਿਲ ਕਰੇ ਨਿਹਾਰੀ ਖਾਣੀ ਆ, ਨਿਹਾਰੀ ਆ ਜਾ ਕਰੇ। ਮਤੰਜਣ ਖਾਣਾ, ਮਤੰਜਣ ਬਣ ਕੇ ਜਿਹੜਾ ਤਿਆਰ ਹੋ ਜਾ ਕਰੇ। ਇੱਕ ਦਿਨ ਮਹਿਮਾਨ ਆ ਗਏ, ਭਰਾ ਆ ਗਿਆ ਉਹਦਾ, ਸਾਰੇ ਭਾਈ ਆ ਮੁਸਲਮਾਨ ਭਾਈ। ਮਹਿਮਾਨ ਆ ਗਿਆ, ਉਹ ਮਹਿਮਾਨ ਆਏ ਤੇ ਉਹਨੇ ਜਨਾਬ ਉਵੇਂ ਕੀਤਾ ਵੀ ਉਹ ਬਰਤਨ ਰੱਖਿਆ ਕਰੇ, ਉਹਦੇ ਉੱਤੇ ਢੱਕਣ ਦਿਆ ਕਰੇ, ਬੰਦ ਕਰਿਆ ਕਰੇ, ਇਰਾਦਾ ਕਰਿਆ ਕਰੇ ਵੀ ਨਿਹਾਰੀ ਤਿਆਰ ਕਰਾ ਦੇ ਮੇਰੇ ਮਾਲਕ। ਉਹ ਨਿਹਾਰੀ ਤਿਆਰ ਹੋ ਕੇ ਬਾਹਰ ਆ ਜਾ ਕਰੇ। ਜਿਹੜੀ ਚੀਜ਼ ਮਤੰਜਣ ਖਾਣਾ, ਕੋਈ ਵੀ ਆਈਟਮ ਜਿਹੜੀ ਖਾਣੀ ਆ, ਮਸਲਨ ਉਹਦਾ ਮਟਨ ਨੂੰ ਦਿਲ ਕੀਤਾ, ਮਟਨ ਤਿਆਰ ਹੋ ਕੇ ਆ ਗਿਆ। ਉਹ ਮਹਿਮਾਨ ਦੇਖਦੇ ਰਹੇ ਬੈਠੇ। ਉਹ ਭਾਈ ਸਾਹਿਬ ਜਿਹੜੇ ਆਏ ਸੀ, ਉਹਨੇ ਖਾਣਾ ਖੂਣਾ ਖਾਦਾ, ਬੜਾ ਉਹ ਦੇਖ ਕੇ ਹੈਰਾਨ ਹੋਇਆ ਵੀ ਯਾਰ ਆਹ ਕੰਮ ਬੜਾ ਚੰਗਾ ਉਹਨੇ ਪੁੱਛਿਆ ਉਹਦੇ ਕੋਲ ਵੀ ਯਾਰ ਬਾਕੀ ਤਾਂ ਠੀਕ ਹੈ ਸਾਰਾ ਅਲਹਮਦੁਲਿਲਾ, ਵੀ ਆਹ ਤਾਂ ਮੈਨੂੰ ਵੀ ਦੱਸ ਯਾਰ ਆਹ ਕੀ ਸਿਲਸਿਲਾ ਤੇਰੇ ਕੋਲ ਜੋ ਆ। ਉਹਨੇ ਕਿਹਾ ਜੀ ਗੱਲ ਇੰਝ ਆ ਵੀ ਤੂੰ ਵੀ ਕਰ ਲੈ ਭਾਈ, ਤੇਰਾ ਵੀ ਫਾਇਦਾ ਹੋ ਜਾਏਗਾ। ਉਹਨੇ ਕਿਹਾ ਮੈਨੂੰ ਵੀ ਦੱਸ ਯਾਰ। ਉਹਨੇ ਉਹ ਲਫ਼ਜ਼ ਜਿਹੜੇ ਅਲਫਾਜ਼ ਹੈਗੇ ਸੀ ਉਹ ਉਹਨਾਂ ਨੂੰ ਵੀ ਦੱਸਦੇ। ਹਾਂਜੀ, ਇਸ ਤਰ੍ਹਾਂ ਕਰਕੇ ਤੁਸੀਂ 40 ਦਿਨ ਬੈਠਣਾ ਔਰ ਤੁਸੀਂ ਗੈਬ ਤੋਂ ਆਵਾਜ਼ ਆਏਗੀ ਤੇ ਤੁਸੀਂ ਜਨਾਬ ਮੰਗਿਓ, ਇਹ ਮੰਗਣਾ ਇਹ ਮੰਗ ਲਿਓ, ਜੋ ਮੰਗਣਾ ਜੋ ਪੂਰੀ ਹੋ ਜਾਣੀ। ਹਾਂਜੀ, ਉਹਨਾਂ ਨੇ ਵੀ ਜਾ ਕੇ ਆਪਣਾ ਬਹਿ ਗਏ ਤੇ ਆਪਣਾ ਜ਼ਿਕਰ ਕਰਿਆ ਕਰਨ ਉੱਥੇ ਇੱਕ ਜਗ੍ਹਾ ਤੇ ਬੈਠ ਕੇ 40 ਦਿਨ। ਆਵਾਜ਼ ਆਈ ਕਿ ਮੰਗ ਬਈ ਕੀ ਮੰਗਦਾ। ਉਹਨੇ ਕਿਹਾ ਮੈਂ ਇੱਕ ਚੀਜ਼ ਮੰਗਦਾ, ਉਹ ਮੇਰੀ ਪੂਰੀ ਕੀਤੀ ਜਾਵੇ। ਉਹਨੇ ਕਿਹਾ ਮੰਗ। ਉਹਨੇ ਕਿਹਾ ਜਿਹੜਾ ਉਹ ਭਾਈ ਉਹਨਾਂ ਕੋਲ ਸਜਾਦ ਕੋਲ ਜਿਹੜਾ ਮਟਕਾ ਨਾ, ਉਹ ਜਿਹੜਾ ਆਪਣਾ ਉਹ ਜਿਹੜਾ ਬਰਤਨ ਦਿੱਤਾ ਉਹਨੂੰ ਉਹਦੇ ਕੋਲੋਂ ਉਹਦਾ ਸਿਲਸਿਲਾ ਬੰਦ ਕੀਤਾ ਜਾਵੇ। ਮੈਨੂੰ ਕੋਈ ਜੇ ਲੱਭੇ ਜਾਂ ਨਾ ਲੱਭੇ, ਸਿਰਫ ਉਹਦਾ ਬਰਤਨ ਜਿਹੜਾ ਨਾ ਉਹ ਵਾਪਸ ਲਿਆਉਣਾ ਚਾਹੀਦਾ। ਇਹ ਹਿਸਾਬ ਹੈ ਸਾਡਾ ਪੁੱਟੋ। ਇੱਥੇ ਅਸੀਂ ਪਹੁੰਚੇ ਹਾਂ। ਹਾਂਜੀ, ਖਸਾਰਾ ਹੀ ਖਸਾਰਾ ਹੈਗਾ। ਗੱਲ ਸਮਝ ਗਏ। ਇਨਸਾਨ ਹੀ ਇਨਸਾਨ ਨੂੰ ਦੇਖਣਾ ਕਿੱਥੋਂ ਤੱਕ ਅਸੀਂ ਪਹੁੰਚਦੇ ਆ ਯਾਰ। ਖੁੱਲੀ ਕਿਤਾਬ ਹੈ, ਸਾਰਾ ਖੁੱਲਾ ਹਰ ਸ਼ੈ ਨਜ਼ਰ ਆ ਰਹੀ ਹੈ। ਸਾਡਾ ਜਿਹੜਾ ਨਾ ਅਸੀਂ ਖਰਾਬੀ ਚ ਗੱਲ ਨਾ ਅਸੀਂ ਕਿਸੇ ਨੂੰ ਭੁੱਖਾ ਦੇਖ ਕੇ ਰਾਜੀ ਹੋ, ਨਾ ਅਸੀਂ ਕਿਸੇ ਨੂੰ ਰੱਜਿਆ ਦੇਖ ਕੇ। ਦੱਸ ਯਾਰ ਤੂੰ ਕੀ ਲੈਣਾ ਕਿਸੇ ਕੋਲੋਂ, ਤੂੰ ਯਾਰ ਸਪੋਰਟ ਕਰ, ਉਹਦੀ ਹੈਲਪ ਕਰ ਯਾਰ ਜਿੰਨੀ ਕਰ ਸਕਦਾ। ਦੁਆ ਹੀ ਕਰ ਦੇ ਔਰ ਉਹਦੇ ਰਿਟਰਨ ਤੁਹਾਨੂੰ ਵੀ ਅੱਲਾਹ ਪਾਕ ਨੇ ਉਹਦੇ ਰਿਟਰਨ ਵਾਪਸੀ ਆਉਣਾ। ਕੋਈ ਵੀ ਐਨੀ ਵਾਨੇ ਨੇਕੀ ਹੈ ਨਾ ਜੀ, ਅੱਛਾਈ ਆ, ਅਹਿਸਾਸ ਆ, ਉਹ ਵਾਪਸੀ ਆਉਣਾ। ਉਹਦਾ ਬਰਤਨ ਵਾਪਸ ਕਰਾਉਣ ਲੱਗ ਗਿਆ। ਬਰਤਨ ਵਾਪਸ ਕਰਨਾ, ਮੈਨੂੰ ਕੁਛ ਲੱਭੇ ਨਾ ਲੱਭੇ, ਉਹਦਾ ਬਰਤਨ ਲੈ ਲਾ ਜਿਹੜਾ ਉਹ ਖਾਣੇ ਖੂਣੇ ਨਾ ਉਹਦੇ ਬਣਨ, ਮੇਰੇ ਉਹ ਵੀ ਉਹ ਭੁੱਖਾ ਮਰੇ। ਦੱਸੋ ਯਾਰ ਕੋਈ ਗੱਲ। ਯਾਰ ਬੰਦੇ ਜਿਹੜੇ ਆ ਨਾ ਪਤਰੇਰਾ, ਜੇ ਤੂੰ ਸੱਚੀ ਪੁੱਛੇ ਤੇ ਅੱਲਾ ਜਾਣਦਾ ਨਾ। ਪਹਿਲਾਂ ਲੋਕੀ ਕਹਿੰਦੇ ਹੁੰਦੇ ਸੀ ਵੀ ਜਨਾਨੀਆਂ ਗੱਲ ਸੁਣਦੀਆਂ ਤੇ ਫੌਰਨ ਅਗਾ ਟੋਰ ਦਿੰਦੀਆਂ। ਹਾਂ ਵੀ ਜਨਾਨੀਆਂ ਉਹ ਗੱਲ ਨਹੀਂ ਖੱਪਦੀ। ਬੰਦੇ ਵਧੇ ਹੋਏ ਹੁਣ ਜਨਾਨੀਆਂ ਤੋਂ, ਹੁਣ ਬੰਦੇ ਜਨਾਨੀਆਂ ਨਾਲੋਂ ਵੱਧ ਗਏ ਹੋਏ ਇਸ ਮਾਮਲੇ 'ਚ। ਅਗਰ ਜੇ ਬੰਦਾ ਇੱਥੋਂ ਆਪਾਂ 4 ਬੰਦੇ ਗੱਲ ਕਰ ਰਹੇ ਆ ਨਾ ਤੇ ਤੂੰ ਇਹੋ ਜਿਹੀ ਕੋਈ ਗੱਲ ਸੁਣਾਤੀ ਨਾ ਤੇ ਮੇਰੇ ਪੇਟ 'ਚ ਨਾ ਫੌਰਨ ਦਰਦ ਸ਼ੁਰੂ ਹੋ ਜਾਣਾ। ਐਸਾ ਹੀ ਹੈ। ਤੇ ਮੈਂ ਕਹਿਣਾ ਵੀ ਇੱਥੋਂ ਕਿਸੇ ਤਰ੍ਹਾਂ ਹਵਾ ਭਰਨਾ, ਮੈਂ ਗੈਸ ਕੱਢਾਂ ਕਿਸੇ ਪਾਸੇ ਤੇ ਮੈਂ ਨਾ ਬਾਹਰ ਨਿਕਲ ਕੇ ਚੋਇਆ ਮੂਤਰਨਾ ਸ਼ੁਰੂ ਕਰ ਦੇਣਾ। ਇਹ ਬੜੀ ਖਰਾਬੀ ਹੈ। ਤੇ ਬੰਦੇ ਹੁਣ ਜਨਾਨੀਆਂ ਨਾਲੋਂ ਵੱਧ ਗਏ ਹੋਏ। ਅਸੀਂ ਅਨਹੋਈਆਂ ਗੱਲਾਂ ਬਣਾ ਕੇ ਐਸੀਆਂ ਪੇਸ਼ ਕਰ ਕੇ ਸਾਨੂੰ ਤਸਕੀਨ ਪਹੁੰਚਦੀ ਆ ਜਿਵੇਂ ਸਾਡੀ ਰੂਹ ਦੀ ਗ਼ਜ਼ਾ ਬਣ ਚੁੱਕੀ ਹੈ। ਇਹ ਬਿਲਕੁਲ ਐਸਾ ਮਾਮਲਾ ਹੈ, ਸਾਡੇ ਵਾਸਤੇ ਬੜੀ ਖਰਾਬੀ ਹੈ। ਐਸਾ ਨਹੀਂ ਹੋਣਾ ਚਾਹੀਦਾ। ਇਨਸਾਨ ਨੂੰ ਜਿਹੜਾ ਹੈ ਅਨਹੋਈਆਂ ਗੱਲਾਂ ਹੋਈਆਂ ਵੀ ਨਹੀਂ ਕਰਨੀਆਂ ਚਾਹੀਦੀਆਂ। ਨਹੀਂ ਕਰਨੀਆਂ ਚਾਹੀਦੀਆਂ। ਅਨਹੋਈਆਂ ਤਾਂ ਜਿਹੜੀਆਂ ਹੈ ਪਰਦਾ ਬੜਾ ਜ਼ਰੂਰੀ ਹੈ। ਹਾਂਜੀ, ਪਰਦਾ ਤੇ ਅੱਲਾਹ ਪਾਕ ਨੇ ਪਰਦੇ ਤਾਂ ਬੜਾ ਉੱਲਾ ਜੀ। ਬੇਸ਼ੱਕ ਪਰਦੇ 'ਚ ਬੜਾ। ਬਸ ਅੱਲਾਹ ਤਾਲਾ ਆਸਾਨੀਆਂ ਕਰੇ ਜੀ ਸਾਡੇ ਵਾਸਤੇ। ਹਾਂਜੀ, ਦੁਆ ਕਰਿਆ ਕਰੋ ਇਨਸ਼ਾਅੱਲਾ। ਲਓ ਜੀ, ਉਮੀਦ ਆ ਤੁਹਾਨੂੰ ਸਾਡੀ ਅੱਜ ਦੀ ਬੈਠਕ ਜਿਹੜੀ ਆ ਇਹ ਪਸੰਦ ਆਈ ਹੋਣੀ। ਅਗਰ ਵੀਡੀਓ ਅੱਛੀ ਲੱਗੇ ਤਾਂ ਮਿਹਰਬਾਨੀ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲਵ ਯੂ ਹੋ ਗਿਆ ਸਾਰਿਆਂ ਨੂੰ। ਅੱਲਾਹ ਹਾਫਿਜ਼।